इस्तेमाल करती है जो इसने वो इस्तेमाल किए, ऐसा कोई नहीं। और वो जो बाइबल के हवाले से वो 3 लफ्ज़ हैं, एंटी क्राइस्ट और फालसी प्रॉफिट और फालसी रिफार्मर। इसका माना किसी डिक्शनरी में नाउज़बिल्लाह दज्जाल या कज़ाब नहीं है। नाउज़बिल्लाह भाई एक मिनट सुने बस अब आप ਡਾਕਟਰ ਇਸਰਾਰ ਅਹਿਮਦ ਸਾਹਿਬ ਦੀ ਵੀ ਆਪਾਂ ਵੀਡੀਓ ਦੇਖੀ ਸੀ, ਉਹਨਾਂ ਨੇ ਵੀ ਜਿਹੜੇ ਲਫ਼ਜ਼ ਇਸਤੇਮਾਲ ਕੀਤੇ ਸੀ ਉਹ ਸਿਰਫ ਇੱਕ ਦੱਜਾਲ ਜਾਂ ਕੋਈ ਹੋਰ ਨਹੀਂ ਸੀ, ਬਹੁਤ ਸਾਰੇ ਲਫ਼ਜ਼ ਸੀਗੇ। ਸੋ ਇਹਦੇ ਵਿੱਚ ਹੁਣ ਕਿੰਨੀ ਕੁ ਸੱਚਾਈ ਹੈ ਜਾਂ ਕਿੰਨਾ ਕਿ ਇਹ ਗਲਤ ਹੈ, डू लेट मी इन द कमेंट सेक्शन बिलो। तो डॉक्टर सलाम ने कहा कि जी यहूदी कहते हैं, और वो जिस अंदाज में उन्होंने कहा तौबा तौबा, ये सुन भी नहीं सकते, जादूगर, पागल, वलदुल हराम, वलदुल ज़िना, दज्जाल, पता नहीं क्या क्या लफ्ज़ बोले। मैं वीडियो लावा कह रहा हूं दसने वास्ते कि डॉक्टर सलाम ने थोड़ी मंडी में ठोकी, आज सारे डॉक्टर सलाम की बड़ी तारीफ करते हैं, खुसूसन देवबंदी। ओह, क्योंकि ईसाई समझते थे कि जिसे हम खुदा समझते हैं उसके कातिल ये हैं, इन्होंने सूली चढ़ाया। यहूदी समझते थे कि काफिर जो था, मुर्तद जो था, जादूगर था, वलदुल हराम था, वलदुल ज़िना था, उसे ये खुदा का बेटा बनाए फिरते हैं। अब ये इस कदर यानी कंट्रास्ट है इतनी एक दूसरे के खिलाफ कि इनके अंदर कोई ਵੈਲਕਮ ਬੈਕ ਟੂ ਦਾ ਚੈਨਲ। ਸੋ ਇਹ ਹੈ ਜੀ ਸੈਕਿੰਡ ਪਾਰਟ ਇਸ ਟੌਪਿਕ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ। ਆਪਾਂ ਪਬਲਿਕ ਓਪੀਨੀਅਨ ਦੇਖੀ ਸੀ ਲੋਕਾਂ ਦੀ ਕਿ ਅਲੀ ਮਿਰਜ਼ਾ ਦਾ ਜੋ ਅਰੈਸਟ ਹੋਇਆ ਉਹਦੇ ਤੇ ਲੋਕਾਂ ਦਾ ਕੀ ਖਿਆਲ ਹੈ। ਲੋਕੀ ਦੋ ਧੜਿਆਂ ਦੇ ਵਿੱਚ ਵੰਡੇ ਹੋਏ ਆ, ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ, ਜਿਹੜੇ ਉਹਨਾਂ ਨੂੰ ਕਹਿੰਦੇ ਕਿ ਜੋ ਵੀ ਹੋਇਆ ਇਹ ਇੱਕ ਬਾਈ ਚਾਂਸ ਹੋਇਆ। ਪਰ ਕੁਝ ਕੁ ਲੋਕ ਦੂਜੇ ਆ ਜਿਹੜੇ ਕਹਿੰਦੇ ਆ ਕਿ ਨਹੀਂ, ਇਹ ਮਤਲਬ ਜਿਵੇਂ ਵੀ ਹੋਇਆ ਅਟੈਂਸ਼ਨਲੀ ਹੋਇਆ, ਕੋਈ ਅਟੈਂਸ਼ਨ ਨਾ ਵੀ ਹੋਵੇ, ਪਰ ਗਲਤੀ ਹੈ ਤੇ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ। 295 ਸੀ ਲੱਗਣਾ ਚਾਹੀਦਾ, ਠੀਕ ਹੈ। ਸੋ 295 ਸੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਾਕਿਸਤਾਨ ਦੇ ਵਿੱਚ ਕੀ ਮਤਲਬ ਹੈ। ਸੋ ਇੱਕ ਜਿਹੜੇ ਸ਼ਖਸ ਸੀਗੇ ਅੰਕਲ ਜਿਨ੍ਹਾਂ ਦੀ ਗੱਲਾਂ ਆਪਾਂ ਨੂੰ ਵੈਲਿਡ ਲੱਗ ਰਹੀਆਂ ਸੀਗੀਆਂ, ਤੇ ਜਦੋਂ ਆਪਣਾ ਉਹ ਪਹਿਲਾ ਪਾਰਟ ਖਤਮ ਹੋ ਗਿਆ ਸੀਗਾ, ਪਰ ਸੈਕਿੰਡ ਪਾਰਟ ਦੇ ਵਿੱਚ ਅੱਜ ਉਹ ਸਾਰੀ ਉਹਨਾਂ ਦੀ ਗੁਫ਼ਤਗੂ ਹੈ, ਸਾਰੀਆਂ ਗੱਲਾਂ ਉਹਨਾਂ ਦੀਆਂ ਦੇਖਦੇ ਹਾਂ, ਅੰਡਰਸਟੈਂਡ ਕਰਦੇ। ਮੈਂ ਉਸ ਵੀਡੀਓ ਦੇ ਵਿੱਚ ਵੀ ਕਿਹਾ ਸੀ, ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਐਜ਼ ਅ ਨੌਨ ਮੁਸਲਿਮ ਵੀ ਮੈਂ ਇਸ ਚੀਜ਼ ਨੂੰ ਕਿੱਦਾਂ ਟੈਕਲ ਕਰ ਰਿਹਾ, ਮੈਂ ਕਿਵੇਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਵੀ ਉਹਨਾਂ ਨੇ ਵਾਕਈ ਡਿਸਰਿਸਪੈਕਟ ਕੀਤੀ ਜਾਂ ਨਹੀਂ ਕੀਤੀ। ਸੋ ਮੈਨੂੰ ਜੋ ਉਸ ਮੈਂ ਵੀਡੀਓ ਦੇ ਵਿੱਚ ਕਿਹਾ ਸੀ, ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ, ਮੈਂ ਦੱਸ ਦਿੰਦਾ ਕਿ ਜਿੰਨੀ ਕੁ ਮੈਂ ਇਹ ਵੀਡੀਓ ਦੇਖੀ ਸੀ, ਮੇਰੀ ਓਪੀਨੀਅਨ ਸਟਿਲ ਦਾ ਸੇਮ ਸੀਗੀ ਕਿ ਮੈਨੂੰ ਨਹੀਂ ਲੱਗਾ ਕਿ ਅਲੀ ਮਿਰਜ਼ਾ ਸਾਹਿਬ ਨੇ ਕੋਈ ਗੁਸਤਾਖੀ ਕੀਤੀ ਹੈ, ਠੀਕ ਹੈ। ਮਤਲਬ ਐਜ਼ ਅ ਨੌਨ ਮੁਸਲਿਮ ਪਰਸਪੈਕਟਿਵ, ਠੀਕ ਹੈ। ਮੈਂ ਇਹ ਤਾਂ ਨਾਲ ਗੱਲ ਕਲੀਅਰ ਇਸ ਕਰਕੇ ਕਰ ਰਿਹਾ ਕਿਉਂਕਿ ਮੈਂ ਮੁਸਲਮਾਨ ਨਹੀਂ ਹੈਗਾ, ਮੈਨੂੰ ਨਹੀਂ ਪਤਾ ਡੀਪ ਡਿਟੇਲ ਦੇ ਵਿੱਚ ਕੀ ਗੱਲਾਂ। ਪਰ ਮੈਂ ਜਦੋਂ ਕਮੈਂਟ ਪੜ੍ਹੇ ਤਾਂ ਲੋਕਾਂ ਨੇ ਮੈਨੂੰ ਐਪਰੀਸ਼ੀਏਟ ਹੀ ਕੀਤਾ, ਕਹਿੰਦੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਉਹਨਾਂ ਨੇ ਕੋਈ ਗੁਸਤਾਖੀ ਨਹੀਂ ਕੀਤੀ। ਐਂਡ ਕਹਿੰਦੇ ਵੀ ਜਿਹੜੇ ਲੋਕ ਇੱਥੇ ਹੈਗੇ ਇਹਨਾਂ ਨੂੰ ਵੀ ਕੋਈ ਦੀਨ ਦਾ ਇੰਨਾ ਇਲਮ ਨਹੀਂ। ਦੇਖੋ ਯਾਰ, 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ, ਠੀਕ ਹੈ। ਸਭ ਨੂੰ ਇੰਨੀ ਨੌਲੇਜ ਨਹੀਂ ਹੋ ਸਕਦੀ। ਅਸੀਂ ਐਟ ਦਾ ਐਂਡ ਸਾਰੇ ਇਨਸਾਨ ਹੈ, ਠੀਕ ਹੈ। ਅਸੀਂ ਕੋਈ ਰੱਬ ਦੇ ਭੇਜੇ ਹੋਏ ਬੰਦੇ ਪੈਗੰਬਰ ਨਹੀਂ ਹੈਗੇ, ਠੀਕ ਹੈ, ਜਾਂ ਅਸੀਂ ਗੁਰੂ ਮਹਾਰਾਜ ਨਹੀਂ ਹੈਗੇ ਬਈ ਸਾਨੂੰ ਜਿਹੜਾ ਸਾਰਾ ਕੁਝ ਪਤਾ ਹੋਵੇ। ਇਨਸਾਨ ਗਲਤੀਆਂ ਦਾ ਪੁਤਲਾ ਹੈ। ਜੇਕਰ ਕਿਸੇ ਤੋਂ ਗਲਤੀ ਹੁੰਦੀ ਵੀ ਹੈ ਤਾਂ ਯਾਰ ਉਹਨੂੰ ਲੈਟ ਗੋ ਵੀ ਕਰਨਾ ਚਾਹੀਦਾ, ਠੀਕ ਹੈ। ਪਰ ਜੇ ਅਟੈਂਸ਼ਨਲੀ ਵੀ ਅਗਲਾ ਨਹੀਂ ਕਰ ਰਿਹਾ, ਫਿਰ ਤਾਂ ਯਾਰ ਦੇਖੋ, ਇਹ ਆਪਣੇ ਤੇ ਹੀ ਸਵਾਲ ਹੈ ਕਿ ਆਪਣੀ ਕਰੂਰਤਾ, ਆਪਣੀ ਕੱਟੜਵਾਦੀ ਸੋਚ ਹੈ ਕਿ ਬੰਦੇ ਤੋਂ ਕੋਈ ਅਟੈਂਸ਼ਨਲੀ ਹੋਈ ਵੀ ਨਹੀਂ ਉਹ ਚੀਜ਼, ਕਿ ਜਿਹੜੇ ਬੰਦੇ ਨੇ ਖਿਦਮਤ ਕੀਤੀ ਹੈ ਇੰਨਾ ਚਿਰ, ਠੀਕ ਹੈ, ਕਿਸੇ ਧਰਮ ਦੀ, ਤਾਂ ਉਹ ਬੰਦਾ ਆਪਦੇ ਧਰਮ ਦੇ ਖਿਲਾਫ ਹੀ ਕਿਉਂ ਗੱਲ ਕਰੂਗਾ, ਠੀਕ ਹੈ। ਸੋ ਇਹ ਗੱਲਾਂ ਆਪਾਂ ਨੂੰ ਸਮਝਣ ਦੀ ਲੋੜ ਹੈ, ਇੱਥੇ ਕੱਟੜਵਾਦੀ ਸੋਚ ਨਹੀਂ ਰੱਖਣ ਦੀ ਲੋੜ। ਸੋ ਬਾਕੀ ਦੇਖਦੇ ਹਾਂ, ਹੋ ਸਕਦਾ ਕਿ ਇਹ ਅੰਕਲ ਹੈ ਜਿਹੜੇ ਉਹ ਮੇਰੀ ਓਪੀਨੀਅਨ ਚੇਂਜ ਕਰ ਦੇਣ, ਜਾਂ ਹੋ ਸਕਦਾ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਡੀ ਓਪੀਨੀਅਨ ਚੇਂਜ ਕਰ ਦੇਣ। ਸੋ ਲੈਟਸ ਗੋ ਫਾਈਂਡ ਆਊਟ ਕਿ ਕੀ ਹੁੰਦਾ। ਦੋਸਤੋ, ਜੇ ਤੁਸੀਂ ਸਾਡਾ ਕੰਮ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੀ ਮੈਂਬਰਸ਼ਿਪ ਲਈ ਜੁਆਇਨ ਕਰਕੇ ਸਾਨੂੰ ਸਪੋਰਟ ਕਰ ਸਕਦੇ ਹੋ। सारे मेंबरों का दिलों बहुत बहुत धन्यवाद। इस्तेमाल करती है जो इसने वो इस्तेमाल किए, ऐसा कोई नहीं। और वो जो बाइबल के हवाले से वो 3 लफ्ज़ हैं, एंटी क्राइस्ट और फालसी प्रॉफिट और फालसी रिफार्मर। इसका माना किसी डिक्शनरी में नाउज़बिल्लाह दज्जाल या कज़ाब नहीं है। नाउज़बिल्लाह भाई एक मिनट सुने बस अब आप ਡਾਕਟਰ ਇਸਰਾਰ ਅਹਿਮਦ ਸਾਹਿਬ ਦੀ ਵੀ ਆਪਾਂ ਵੀਡੀਓ ਦੇਖੀ ਸੀ, ਉਹਨਾਂ ਨੇ ਵੀ ਜਿਹੜੇ ਲਫ਼ਜ਼ ਇਸਤੇਮਾਲ ਕੀਤੇ ਸੀ ਉਹ ਸਿਰਫ ਇੱਕ ਦੱਜਾਲ ਜਾਂ ਕੋਈ ਹੋਰ ਨਹੀਂ ਸੀ, ਬਹੁਤ ਸਾਰੇ ਲਫ਼ਜ਼ ਸੀਗੇ। ਸੋ ਇਹਦੇ ਵਿੱਚ ਹੁਣ ਕਿੰਨੀ ਕੁ ਸੱਚਾਈ ਹੈ ਜਾਂ ਕਿੰਨਾ ਕਿ ਇਹ ਗਲਤ ਹੈ, ਡੂ ਲੈਟ ਮੀ ਇਨ ਦ ਕਮੈਂਟ सेक्शन बिलो। आप चुप कर दें। बहुत बड़ी बात उसमें ये है कि हमारे नबी अलैहिस्सलाम से पहले हज़रत इब्राहीम आए, हज़रत हूद आए, हज़रत दाऊद आए, बेटा ये सुने यहाँ हज़रत इंजील और ईसा आए। उन सब ने ये कहा कि हमारे बाद कई ऐसे झूठे मुद्दाईयान नबूवत आएंगे, लेकिन कोई किसी नबी को नॉमिनेट नहीं करता रहा। अब जैसे नबी अलैहिस्सलाम फरमाया ना, मेरे बाद सलासूना कज़ाबूना दज्जालूना, 30 दज्जाल और कज़ाब आएंगे, लेकिन उसमें हज़रत ईसा का नाम नहीं कोई ले सकता। जो ईसा का नाम लेगा वो मुर्तद हो जाएगा, वाजिबुल कत्ल हो जाएगा।
उसका सर तन से जुदा होगा, 1000 दफ़ा काबे में खड़े होके अपने सर पे कुरान रखे और अर्श तक रख ले अरबों खरबों, उसकी तौबा कबूल नहीं होगी। ठीक है, इसकी मिसाल ये है कि बुखारी इंजीनियर की गुस्ताखी की है। क्या इंजीनियर की गुस्ताखी इंजीनियर ने 4 इसमें गुस्ताखी की है। बुनियादी तौर पे कानूनी तौर पे इस बात को समझें। जो 295C है ना, उसका ये जो पाकिस्तान पिनल कोड का है, उसमें ये है कोई भी बंदा मुसलमान हो या गैर मुस्लिम हो, वो नबी अलैहिस्सलाम की ज़ात या आज़ा या आपकी तरफ मंसूब करदा चीज़ों को हकारत से ज़ाहिर करे, वो चाहे अल्फाज से या इशारा से या फ़ोटोग्राफी से या खाकों से, जैसे वो करते हैं डेनमार्क वगैरह, तो वो बंदा चाहे तौबा करे ना करे, रुजू करे ना करे, अल्लाह के यहाँ गड़गड़ाए ना कराए, उसको सरतन से जुदा ही होगा। जो फेडरल शरीयत कोर्ट का फैसला है ना, 5 रुकनी बेंच ने जो दिया है, उसमें यही दिया है कि इसकी सज़ाए मौत है। उम्र कैद वाली उन्होंने शिक ख़त्म कर दी थी, ठीक हो गई। और हमारे नबी सल्लल्लाहु अलैहि वसल्लम से जो बुखारी शरीफ, मुस्लिम, तिरमिज़ी, अबू दाऊद, निसाई, इब्न माजा में अहादीस मुतवातिर हैं, नबी सल्लल्लाहु अलैहि वसल्लम ने 20 फैसले दिए हैं गुस्ताखान नबूवत के बारे में। जब फ़तेह मक्का हुआ, आन वसल्लम ने फरमाया था, मन दखला दारा अबी सुफियान फ़हुव आमिन, जो बंदा अबू सुफियान जो कितना बड़ा नुकसान देने वाला मुसलमानों को था, उसके घर में जो दाखिल हो गया उसकी जान की हिफाजत की जाएगी। जो अपने घर का दरवाज़ा बंद कर ले उसकी जान की, वो इस्लाम ना लाए। लेकिन जो मुनकिर गुस्ताख़ नबूवत हैं, अख्तल, अब्दुल्लाह इब्न अबी सरा, ये अगर खिलाफ काबा में लिपट के गिड़गिड़ा के तौबा करे तब भी इनको कत्ल कर दो, और उनको कत्ल किया गया। अच्छा बेटे, और ये नबी अलैहिस्सलाम का फैसला है। अब उस फैसले के बाद कोई खुलाफे राशिदीन, किसी साहबी, किसी ताबी, किसी बच्चे बात को समझे, बच्चे बात को समझे। मैं यही बेटे ये बड़ा अहम टॉपिक ठीक है, मैं ਨਹੀਂ ਅਹਿਮ ਟੌਪਿਕ ਠੀਕ ਹੈ, ਬਟ ਸਾਰੀਆਂ ਗੱਲਾਂ ਇਹਨਾਂ ਦੀਆਂ ਠੀਕ ਹੈ, ਬਟ ਅੱਜ ਦੇ ਜੋ ਟੌਪਿਕ ਹੈ, ਜੋ ਡਿਸਕਸ਼ਨ ਹੈ, ਅਲੀ ਮਿਰਜ਼ਾ ਦੀ ਗੁਸਤਾਖੀ ਕੀ ਹੈ ਉਹ ਦੱਸੋ। ਇਹ ਇਹਨਾਂ ਨੇ ਗੱਲਾਂ ਬਿਲਕੁਲ ਸਹੀ ਕਹੀਆਂ, ਸੱਚ ਹੋਏਗਾ ਹਨਾ, ਤਾਂ ਪਰ ਗੱਲ ਮੇਨ ਮੁੱਦੇ ਤੇ ਆਵੇ ਵੀ ਉਹਨਾਂ ਗੱਲਾਂ ਨੂੰ ਆਪਾਂ ਇੱਧਰ ਜੋੜਦਾ ਦਈਏ, ਪਰ ਕਾਨੂੰਨੀ ਤੌਰ ਤੇ ਕੀ ਉਹ ਜੋੜਨੀਆਂ ਬਣਦੀਆਂ, ਕੀ ਵਾਕਈ ਉਹ ਚੀਜ਼ ਹੋਈ है। वो ये कह रहे हैं कि तमाम उलमा का एक मुतफिका एक फैसला है 295C, अगर नाउज बिल्ला किसी की किताब में लिखा है या किसी ने मुंह से बोले, किताब में भी लिखा अगर हम वो कह रहे हैं बेटे अगर किसी की किताब में लिखा भी हुआ है, फॉर एग्जाम्पल नाउज बिल्ला मेरे मुंह में खाक, तो वो कह रहे हैं बेटे उसको पढ़ना भी गुनाह, उसको बताना भी गुनाह, उसको जाहिर करना भी गुनाह। ये एक मिनट, ठीक है, ये बात ये किधर लिखी है ये बताइए, ये किस आयत में? अभी उन्होंने बताया कि आप जो कह रहे हैं ना क्रिश्चियनों की किताबों में लिखा है, ये बात दोबारा इस बच्चे को मैं समझ गया हूँ। ये जो कह रहे हैं, वो कह रहे हैं 3 लफ्ज़ इस्तेमाल हुए हैं बाइबल में जो इस्तेमाल हुए ना, वो नबी पाक की निस्बत से नहीं इस्तेमाल हुए। अगर वो नबी पाक नहीं, हज़रत दाऊद, हज़रत ईसा, मूसा, किसी और नबी के नाम से इस्तेमाल होंगे तब भी वो वाजिबुल कत्ल होंगे। लफ्ज़ बता दें जरा। वो एंटी क्राइस्ट इस्तेमाल हुए हैं, फालसी प्रॉफिट हुए हैं, या फालसी रिफार्मर और फालसी स्कॉलर हुए हैं। इन 3 लफ्ज़ों का मतलब जो है, वो जो इंजीनियर साहब कह रहे हैं वो ये नहीं है, वो कह रहे हैं नबी वो पाक ये के लिए। समझा। और दूसरी बात, मैं इनसे पूछता हूँ किसी मुसलमान से कि जिसकी बीवी नाउज़ बिल्लाह नबी अलैहिस्सलाम के बारे में ये गलीज़ और नापाक अल्फाज इस्तेमाल करती हो या समझती हो, वो अपनी बीवी बनाना पसंद करेगा? और जिसकी बीवी होगी ईसाई या यहूदी इस तरह की, वो तो उसका निकाह वैसे ही टूट जाएगा शरन। जो बंदा गुस्ताख हो उसके साथ नहीं निकाह हो सकता, ईसाई के साथ हो सकता है, लेकिन ईसाई वो हैं जो नबी पाक को ऐसा लफ्ज़ इस्तेमाल ना करते हैं, ना समझते हैं, ना उनका अकीदा है। अगर उनका ये अकीदा होगा, उनके किसी लिटरेचर या किसी पादरी ने इस्तेमाल किया, वो भी वाजिबुल कत्ल होगा। और ऐसा नहीं है, यही और टोनी विलियम ने डिक्लेरेशन दी है, क्लैरिफाई किया है फ़ौरन कि हमारी किसी किताब में, किसी लिटरेचर या कि हाँ इंडिविजुअल कोई बकवास करता हो तो मुसलमान भी करते हैं। इंजीनियर साहब अपने इस बयान पर माफ़ी मांग लेते हैं, तो बीइंग अ मुस्लिम माफ़ी मिलनी चाहिए? नहीं मिलेगी ना। शरन नबी सल्लल्लाहु अलैहि वसल्लम ने फरमाया कि अगर वो खिलाफ काबा से लिपट कर, जो गुस्ताख नबी हैं, नबी सल्लल्लाहु अलैहि वसल्लम का खुद फैसला है, और वो सहाबी होते। देखो आई डोंट नो, मैनू इन डिटेल ये गल्लां नहीं पता, ठीक है, हो सकता कि सही भी कहंदे होण, पर कोई इंडिविजुअली बंदा पब्लिक ਦੇ ਵਿੱਚੋਂ ਇਦਾਂ ਫੈਸਲੇ ਨਹੀਂ ਸੁਣਾ ਸਕਦਾ, ਠੀਕ ਹੈ, ਨਾ ਹੀ ਇਦਾਂ ਉਹ, ਠੀਕ ਹੈ, ਡਿਮਾਂਡ ਕਰ ਸਕਦੇ ਹੋ, ਉਹਨਾਂ ਦੀ ਓਪੀਨੀਅਨ, ਉਹਨਾਂ ਦੀ ਚੋਇਸ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਕੱਲ ਕੋਈ ਇਦਾਂ ਦੀ ਕੋਈ ਕਾਨੂੰਨ ਵੀ ਇਦਾਂ ਦਾ ਕੋਈ ਕਦਮ ਚੱਕਣਾ ਚਾਹੂਗਾ।
ਠੀਕ ਹੈ, ਨਾ ਹੀ ਉਹ ਚੱਕ ਸਕਦਾ। ਅਲੀ ਮਿਰਜ਼ਾ ਬਹੁਤ ਵੱਡਾ ਇੱਕ ਨਾਮ ਬਣ ਚੁੱਕਿਆ, ਠੀਕ ਹੈ, ਤੇ ਉਹਨਾਂ ਨੇ ਵੀ ਇਸਲਾਮ ਦੀ ਮੇਰੇ ਖਿਆਲ ਬਹੁਤ ਖਿਦਮਤ ਕੀਤੀ ਹੈ, ਬਹੁਤ ਜ਼ਿਆਦਾ, ਠੀਕ ਹੈ। ਤੇ ਇਹ ਤਾਂ ਯਾਰ ਮੈਨੂੰ ਲੱਗਦਾ ਫਾਲਤੂ ਜੀ ਡਿਬੇਟ ਹੈ, ਮੈਨੂੰ ਤਾਂ ਇਦਾਂ ਲੱਗਣ ਡਿਆ ਵੀ ਧੱਕੇ ਨਾਲ ਇੱਕ ਉਹ ਚੀਜ਼ ਨੂੰ ਨਾ ਹਾਈਲਾਈਟ ਕੀਤਾ ਜਾ ਰਿਹਾ, ਵੀ ਧੱਕੇ ਨਾਲ ਉਹਨੂੰ ਹਾਈਲਾਈਟ ਕਰਕੇ ਤੇ ਆਪ ਦਾ ਜਿਹੜਾ ਫਾਇਦਾ ਜਾਂ ਸ਼ਾਇਦ ਹੋ ਜਾਊਗਾ ਕਿਸੇ ਢੰਗ ਨਾਲ, ਜਾਂ ਜਿਹੜੀ ਅੰਦਰ ਮਨ ਦੇ ਵਿੱਚ ਖਾਰ ਹੈ, ਕਿਉਂਕਿ ਇਹ ਸ਼ਖਸ ਦੱਸਣ ਵੀ ਇਹ ਕਿੱਥੋਂ ਹੈ, ਬੈਕਗਰਾਊਂਡ ਇਹਨਾਂ ਦਾ ਕੀ ਹੈ, ਤਾਂ ਇੱਥੋਂ ਹੀ ਗੱਲ ਕਲੀਅਰ ਹੋ ਜਾਊਗੀ ਕਿ ਹਾਂ ਬੰਦਾ ਵੀ ਕੀ ਹਿਸਾਬ ਕਿਤਾਬ ਹੈ ਨਾ। ਦੇਖੋ ਜਿਹੜਾ ਬੰਦਾ ਦੀਨ ਦਾ ਕੰਮ ਕਰ ਰਿਹਾ ਯਾਰ, ਮਤਲਬ ਹੈ ਤਾਂ ਇੱਕੋ ਹੀ ਨਾ, ਮੁਸਲਮਾਨ ਹੀ ਹੈ, ਤਾਂ ਫਿਰ ਉਹਨਾਂ ਨੂੰ ਸਾਰਿਆਂ ਦਾ ਇੱਕ ਨਾਲ ਸਾਥ ਦੇ ਕੇ ਅੱਗੇ ਵਧਣਾ ਚਾਹੀਦਾ ਨਾ। ਕਿਉਂਕਿ ਦੇਖੋ ਅਲੀ ਮਿਰਜ਼ਾ ਨੇ ਬਹੁਤ ਸਾਰੇ ਇੱਦਾਂ ਦੇ ਕਨਸੈਪਟ ਕਲੀਅਰ ਕੀਤੇ ਆ ਲੋਕਾਂ ਦੇ, ਯਾਰ ਮੇਰੇ ਬਹੁਤ ਕਨਸੈਪਟ ਕਲੀਅਰ ਹੋਏ ਆ, ਠੀਕ ਹੈ, ਉਸ ਰੱਬ ਨੂੰ ਲੈ ਕੇ ਐਜ਼ ਅ ਨੌਨ ਮੁਸਲਿਮ ਮੇਰੇ ਕਨਸੈਪਟ ਕਲੀਅਰ ਹੋ ਗਏ। ਦੇਖੋ ਤਾਂ ਫਿਰ ਜਿਹੜੇ ਮੁਸਲਮਾਨ ਆ ਉਹ ਤਾਂ ਐਗਜ਼ਾਮਪਲਸ ਵੀ ਕੁਰਾਨ ਦੀਆਂ ਦਿੰਦੇ ਆ, ਬਹੁਤ ਚੀਜ਼ਾਂ ਕਰਦੇ ਆ। ਸੋ ਮੇਰੇ ਜੋ ਸਮਝ 'ਚ ਆ ਰਿਹਾ ਨਾ, ਮੈਨੂੰ ਤਾਂ ਫਾਲਤੂ ਜੀ ਡਿਬੇਟ ਜੀ ਲੱਗਣ ਡਈ ਹੈ ਯਾਰ, ਕੋਈ ਸਿਰ ਪੈਰ ਜਾਂ ਦਾ ਕੋਈ ਉਹ ਹੈ नहीं, एडी तगड़ी गल है। अगर नबी पाक उनको माफ़ कर देते, नबी पाक ने फरमाया अख्तल इकरमा बिन अबी जहल अब्दुल्ला बिन अबी सरा, ये नाम है, ये मौजूद हैं बुखारी मुस्लिम वगैरह में। और काब इब्न अशरफ को तो नबी अलैहि खुद मरवाया अपने सामने कि जाओ इसको मारो, ये गुस्ताखी नबूवत करता है, समझ आई ना। अब वो नबी अलैहि ने सहाबा किराम ने पूछे या रसूलल्लाह अगर वो तौबा करें, रुजू करें, नबी अलैहि फरमाया वाज़े कर दिया कि अगर वो खिलाफ काबा से लिपट कर गिड़गड़ा कर तौबा रुजू करे तब भी उनको कत्ल करो, क्योंकि उन्होंने मेरी शान में गुस्ताखी की है। और दूसरा अहम नुक्ता मुतवातिर है, ये मुतवातिर है। दूसरी बात, जब हज़रत उमर रज़ियल्लाहु अन्हु खलीफा बने तो आपने इसी को एक्सटेंड करते हुए फरमाया मन सब्बा नबिय्यम मिनल अंबियाई फ़ख्तरू, सिर्फ मोहम्मद सल्लल्लाहु अलैहि वसल्लम नहीं, तमाम अपने गवर्नरों को ये नोटिफाई किया कि अगर कोई किसी नबी की भी, सिर्फ नबी सल्लल्लाहु अलैहि वसल्लम नहीं, किसी नबी की भी शान में तौहीन करो, उसकी वहीं गर्दन उतार दो। और समरी ट्रायल भी इसमें नहीं है, इसमें ट्रायल का है ही नहीं शरीयत। खुलाफे राशिदीन देखे ना, जब खिलाफ काबा से लिपटे हुए मरे हैं उनका ट्रायल हुआ ही नहीं। जो हज़रत उमर ने फैसला किया है और भेजा सारे गवर्नरों को, और उन्होंने उसको कत्ल करने का हुक्म दिया जिन गुस्ताखान है नबूवत को, तो उनका ट्रायल नहीं होता था, उसका सिर्फ महज तफ्तीश से हल्की फुल्की। और इसमें जैसे जिना के लिए 4 गवाह, चोरी के लिए 2 गवाह, इस तरह इसके लिए गवाह की भी ज़रूरत नहीं, उसका अपनी कन्फेशन स्टेटमेंट जो होगी ना। आपके अगर आपने कहा कि कोई अल्फाज को दुहराए तो वो भी गुनाह है। नहीं। अब आप ही के एक आलम हैं, वो मैं नाम नहीं उनका जानता, उन्होंने भी वो जो इंजीनियर ने अल्फाज बोला, मिंबर पर खड़े होके वो अल्फाज को दुहरा दिया। अब क्या उनके साथ भी यही होना चाहिए? नहीं, उसका तरीका ये है कि देखिए जब हमने किसी मुजरिम को सज़ा दिलवानी है ना, तो हम कैसे दिलवाएंगे, उसको हमें नकल करना पड़ेगा, फलां बंदे ने ये गुस्ताखी की है अपनी निस्बत। ਇਹ ਤਾਂ ਕੋਈ ਐਕਸਪਲੇਨੇਸ਼ਨ ਨਹੀਂ ਹੈ ਯਾਰ, ਇਹ ਤਾਂ ਉਹ ਹੋ ਗਿਆ ਵੀ ਸਾਡਾ ਕੁੱਤਾ ਤੁਹਾਡਾ ਕੁੱਤਾ ਟੌਮੀ, ਆਏ ਨਹੀਂ ਯਾਰ। ਇਹ ਤਾਂ ਫਿਰ ਹੁਣ ਇਸ ਹਿਸਾਬ ਨਾਲ ਤਾਂ ਫਿਰ ਅਲੀ ਮਿਰਜ਼ਾ ਨੇ ਵੀ ਉਹ ਗੱਲ ਸਮਝਾਉਣ ਦੇ ਵਾਸਤੇ, ਲੋਕਾਂ ਨੂੰ ਇਹ ਗੱਲ ਸਮਝਾਉਣ ਦੇ ਵਾਸਤੇ ਇਹ ਚੀਜ਼ ਕੀਤੀ ਹੈ ਵੀ ਬਈ ਤੁਸੀਂ ਇਹ ਗੁਸਤਾਖੀ ਨਾ ਕਰ ਲਿਓ, ਵੀ ਤੁਸੀਂ ਆਏ ਨਾ ਕਰ ਲਿਓ। ये तो कोई हो नहीं है से नहीं फलां बंदे में। आप देखें औरत को वैसे पर्दा है, लेकिन जब वो गवाही देने अदालत में जाएगी उसका चेहरा उतार के देखा जाएगा ये वही औरत है, कोई और तो नहीं आ गई। बिल्कुल। तो इसी तरह जब आपने किसी को ऐसी सज़ा तो नहीं देनी हवा में, तो उसको बुलाया जाएगा भाई ये बंदा है और इसने ये लफ्ज़ इस्तेमाल किए, तो उसके साथ आगे पीछे कुफ्र कुफर ना बाशद ये लफ्ज़ लगाया जाएगा कि नकल कुफर को करना कुफर नहीं होता, कुफर को नकल करना किसी मुजरिम की तरफ से वो कुफर नहीं होता। इसी तरह अलियाज़ु बिल्लाह या अल्लाह की पनाह ये लफ्ज़ बोला जाएगा और फ़ौरन ऐसे अपनी आज़ी इनकसारी ज़ाहिर की जाएगी कि मैं दानिस्ता या जानबूझकर ये नबी सल्लल्लाहु अलैहि वसल्लम की शान में लफ्ज़ नहीं बोलना चाहता, इस बदबख्त की वजह से मुझे बोलने पड़ रहे हैं। अच्छा, यहाँ पर मैंने पहले ही बोला कि ये टॉपिक बड़ा हसास बेटे थोड़ा सा साइड पर। मैंने बोला पहले ये टॉपिक बड़ा हसास टॉपिक है, इस पर बात करते हुए खुदा की कसम हाथ भी कांपते हैं और टांगें भी कांपती हैं। मेरे मुंह में खाक के अगर मैं दिमाग में भी ऐसे अल्फाज सोचूं। वो साहब यहाँ पर ये कह रहे हैं कि एक आम इंसान जो दीन का दाई नहीं है, जिसको दीन के बारे में इल्म नहीं है, कुरान पाक उसने तर्जमे से नहीं पढ़ा, अगर वो शख्स भी ऐसी बात कर दे
तो उसके लिए भी सज़ा जो है, जो नबी करीम सल्लल्लाहु अलैहि वसल्लम ने फरमा दी, जो तमाम उलमा इकराम ने अपना जो है शरीयत एक बना दी है, शरीयत नाफज कर दी गई है, सज़ा वही है। लेकिन एक आम इंसान के लिए माफ़ी हो सकती है, लेकिन एक वो शख्स जो दीन का दाई अपने आप को कहता हो, और ये सवाल डॉक्टर जाकिर नाइक साहब से भी किया गया, उन्होंने कहा कि जो शख्स अपने आप को दीन का दाई कहता हो उसको तो बहुत एहतियात करनी चाहिए ऐसे अल्फाज मुंह से निकालते हुए। आपके इस बयान से मुझे जो तासुब मिला ना, कि आप कह रहे हैं कि वो ये सोचते हैं वो नबी को नौज़बिल्ला आखिरी नबी नहीं मानते, लेकिन कुरान फिर भी इजाज़त दे रहा है उनकी बीवियों से शादी कर ले। मुझे जो तासुब मिला, मुझे वो ये मिला कि पाकिस्तान में वो तबका जिनको हम मुसलमान तसव्वुर नहीं करते, अगर वो भी नबी को आखिरी नबी नहीं मान रहे तो आप उनकी औरतों से भी शादी कर लें। यानी कि आप जो लोग आपको छोटा मिर्ज़ा कहते हैं, आप पर इल्ज़ाम लगाते हैं, तो आप इस टॉपिक को छेड़ के ये साबित करना चाह रहे हैं। आप क्या साबित करना चाह रहे हैं? खैर, एनी हाउ, यहाँ पर कानून मौजूद है और इंशाल्लाह कानून इसको कानून की निगाह से देखेगा। और यहाँ पर तमाम दोस्तों को पैगाम है, तमाम भाइयों को पैगाम है, जाहिर सी बात है आपकी दिल आज़ारी हुई है, जो सज़ा है कानून के मुताबिक देगा। आप अपनी राय को अपने दिल में रखें, दिल में बुरा जाने, क्योंकि दीन इस्लाम कह रहा है कि गलत को अपना जो है वो गलत दिल में बुरा जान लेना भी अपना जो है वो आप जहाद में शामिल हो गए हैं। लाजमी नहीं कि उसके लिए आपको तलवार ਓਕੇ ਗਾਇਜ਼, ਇਹ ਇੱਕ ਵੀਡੀਓ ਜਿਹਦੇ ਵਿੱਚ ਆਪਾਂ ਦੇਖਿਆ ਕਿ ਇਹ ਅੰਕਲ ਨੇ ਕਾਫੀ ਵਧੀਆ ਡਿਸਕਸ਼ਨ ਕੀਤੀ, ਕਾਫੀ ਵਧੀਆ ਡਿਬੇਟ ਕਰ ਸਕਦੇ ਆ ਇਹ, ਇਹਨਾਂ ਦੇ ਵਿੱਚ ਇੰਨੀ ਨੌਲੇਜ ਇਹਨਾਂ ਨੂੰ ਹੈਗੀ, ਇਹਨਾਂ ਐਕਸਪੀਰੀਅੰਸ ਹੈਗਾ। ਪਰ ਐਟ ਦਾ ਐਂਡ ਜਿਹੜਾ ਸਟਾਰਟਿੰਗ ਦੇ ਵਿੱਚ ਆਪਾਂ ਮੁੰਡਾ ਦੇਖਿਆ ਸੀ ਜਿਹੜਾ ਅਲੀ ਮਿਰਜ਼ਾ ਦਾ ਸਾਥ ਦੇ ਰਿਹਾ ਸੀ, ਉਹ ਖੁੱਲ੍ਹ ਕੇ ਗੱਲ ਨਹੀਂ ਕਰ ਪਾਇਆ, ਉਹਨੂੰ ਜਵਾਬ ਨਹੀਂ ਆਇਆ। ਹਾਲਾਂਕਿ ਉਹਨੂੰ ਜਵਾਬ ਦੇਣਾ ਚਾਹੀਦਾ ਸੀ, ਪਰ ਮੇ ਵੀ ਸ਼ਾਇਦ ਉਹ ਹਜੇ ਨਵਾਂ ਫੋਲੋਵਰ ਬਣਿਆ ਹੋਵੇ ਤੇ ਜਾਂ ਉਹਨੂੰ ਵੀ ਇੰਨਾ ਇਲਮ ਨਾ ਹੋਵੇ ਕਿ ਉਹ ਗੱਲਬਾਤ ਕਰ ਸਕੇ ਇੰਨੀ, ਹੈ ਨਾ। ਸੋ ਦੇਖੋ, ਮੈਂ ਤਾਂ ਇਸ ਗੱਲ ਤੇ ਹੁਣ ਕੀ ਕਹਿ ਸਕਦਾ ਯਾਰ, ਮੈਨੂੰ ਨਹੀਂ ਪਤਾ ਇੰਨਾ, ਹੈ ਨਾ। ਪਰ ਅੱਜ ਕੱਲ੍ਹ ਦੇ ਅਕੋਰਡਿੰਗ ਜੇਕਰ ਆਪਾਂ ਇਹ ਵੀ ਤਾਂ ਹੈ ਨਾ ਕਿ ਤੁਸੀਂ ਇਹ ਵੀ ਚੀਜ਼ਾਂ ਦਾ ਕਾਊਂਟ ਹੁੰਦੀਆਂ ਨਾ ਕਿ ਉਹ ਬੰਦੇ ਨੇ, ਚਾਹੇ ਮੰਨ ਲਓ ਕਿ ਉਹਨਾਂ ਨੇ ਗਲਤੀ ਕਰ ਲਈ, ਹੈ ਨਾ, ਚਲੋ ਇਹਨਾਂ ਦੇ ਅਕੋਰਡਿੰਗ ਆਪਾਂ ਮੰਨ ਵੀ ਲੈਂਦੇ ਹਾਂ ਕਿ ਉਹ ਗਲਤੀ ਸੀ, ਉਹ ਮਿਸਟੇਕ ਸੀਗੀ, ਹੈ ਨਾ। ਤੇ ਜੇ ਉਹ ਇਸ ਚੀਜ਼ ਦੀ ਉਹ ਕਰ ਲੈਂਦੇ ਆ ਗੱਲ ਕਿ ਹਾਂ ਯਾਰ ਚਲੋ ਜੋ ਵੀ ਹੋਇਆ ਮੇਰੇ ਮੂੰਹ 'ਚੋਂ ਗੱਲ ਉਹ ਬਾਤ ਨਿਕਲ ਗਈ ਹੈ ਨਾ, ਉਹਦੀ ਮਾਫੀ ਮੰਗ ਲੈਂਦੇ ਆ। ਐਂਡ ਉਸ ਤੋਂ ਬਾਅਦ ਆਪਾਂ ਨੂੰ ਇਹ ਚੀਜ਼ਾਂ ਵੀ ਤਾਂ ਕੰਸੀਡਰ ਕੀਤੀਆਂ ਜਾਂਦੀਆਂ, ਉਹ ਕਾਨੂੰਨ ਦੀ ਨਜ਼ਰ ਦੇ ਵਿੱਚ ਵੀ ਕੀਤੀਆਂ ਜਾਂਦੀਆਂ ਕਿ ਉਹਨਾਂ ਨੇ ਇਸਲਾਮ ਦੇ ਲਈ ਕੀ ਕੀਤਾ। ਡਾਕੂਮੈਂਟਡ ਹੈ, ਸਾਰੀਆਂ ਵੀਡੀਓਜ਼ ਇੰਨੀਆਂ ਬਣੀਆਂ ਹੋਈਆਂ ਕਿ ਉਹਨਾਂ ਨੇ ਬਹੁਤ ਪੈਗਾਮ ਦਿੱਤੇ ਹੈ, ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਜੋ ਸਪੀਚਸ ਦਿੱਤੀਆਂ ਆਪਣੀਆਂ ਵੀ ਦੀਨ ਦਾ ਕੰਮ ਕੀਤਾ। ਸੋ ਉਹ ਸਾਰਾ ਕੰਸੀਡਰ ਹੋਏਗਾ, ਉਹ ਇੱਦਾਂ ਨਹੀਂ ਕਿ ਉਹ ਜ਼ੀਰੋ ਹੋ ਜਾਏਗਾ। ਉਹ ਆਏ ਨਹੀਂ ਕਿ ਉਹ ਬੰਦਾ ਦਿਨ ਰਾਤ ਖਿਲਾਫ ਹੀ ਬੋਲਦਾ ਰਿਹਾ, ਹੈ ਨਾ, ਜਾਂ ਡਿਸਰਿਸਪੈਕਟ ਕਰਦਾ ਰਿਹਾ, ਫਿਰ ਉਹਦੀ ਸਜ਼ਾ ਬਣ ਸਕਦੀ ਹੈ ਕਿ ਹਾਂ ਵੀ 295 ਸੀ ਉਹ 'ਤੇ ਲੱਗੇ। ਪਰ ਮੈਨੂੰ ਨਹੀਂ ਲੱਗਦਾ ਕਿ 295 ਸੀ ਉਹਨਾਂ 'ਤੇ ਲੱਗੇਗੀ ਅੱਜ ਕੱਲ੍ਹ ਦੇ ਅਕੋਰਡਿੰਗ। ਇਹ ਮੇਰੀ ਇਨਰ ਫੀਲਿੰਗ ਹੈ, ਠੀਕ ਹੈ। ਬਾਕੀ ਜੋ ਵੀ ਤੁਹਾਡੇ ਕਾਨੂੰਨ ਦਾ ਫੈਸਲਾ ਹੋਏਗਾ, ਜੋ ਵੀ ਲੋਕਾਂ ਦਾ ਜੋ ਮੰਨਣਾ ਹੋਏਗਾ, ਸੋ ਉਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਪਤਾ ਲੱਗ ਜਾਣਗੀਆਂ, ਸਾਹਮਣੇ ਆ ਜਾਣਗੀਆਂ ਕਿ ਕੀ ਹੈ। ਬਾਕੀ ਤੁਹਾਡਾ ਕੀ ਮੰਨਣਾ ਇਹਦੇ ਬਾਰੇ ਤੁਸੀਂ ਮੈਨੂੰ ਥੱਲੇ ਕਮੈਂਟ ਕਰਕੇ ਦੱਸਿਓ, ਤੁਹਾਡੀ ਰਾਏ ਕੀ ਹੈ, ਠੀਕ ਹੈ। ਦੇਖੋ, ਕਿਉਂਕਿ ਇਹ ਆਪਾਂ 4 ਬੰਦੇ ਇੱਥੇ ਦੇਖੀਆਂ ਗੱਲਾਂ ਕਰਦੇ, ਪਰ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ, ਤੁਸੀਂ ਬਹੁਤ ਲੋਕਾਂ ਤੱਕ ਇਹ ਵੀਡੀਓ ਪਹੁੰਚਣੀ ਹੈ, ਠੀਕ ਹੈ। ਬਹੁਤ ਲੋਕਾਂ ਤੱਕ ਇਹ ਵੀਡੀਓ ਪਹੁੰਚਣੀ ਹੈ, ਜਿਹੜੇ ਦੀਨ ਦੇ ਬਹੁਤ ਵੱਡੇ ਆਲਮ ਵੀ ਹੋਣਗੇ, ਜਿਹੜੇ ਆਮ ਲੋਕ ਵੀ ਹੋਣਗੇ, ਪਰ ਜਿਨ੍ਹਾਂ ਨੂੰ ਸਹੀ ਗਲਤ ਦੀ ਪਹਿਚਾਣ ਵੀ ਹੈ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਹੈ, ਕੌਣ ਬੰਦਾ ਕੀ ਸੋਚਦਾ, ਉਹਦੀ ਇਨਰ ਫੀਲਿੰਗ ਕੀ ਹੈ, ਉਹਦੀ ਅਟੈਂਸ਼ਨ ਸੀ ਜਾਂ ਨਹੀਂ ਸੀ, ਠੀਕ ਹੈ। ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਡਿਸਾਈਡ ਕਰਦੇ ਹੋ, ਤੁਸੀਂ ਬਹੁਤ ਜਾਣੇ ਵੀਡੀਓ ਦੇਖ ਰਹੇ ਹੋ। ਸੋ ਥੱਲੇ ਕਮੈਂਟ ਕਰੋ, ਠੀਕ ਹੈ। ਕਮੈਂਟ ਕਰਕੇ ਆਪਦੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰੋ, ਕਿਉਂਕਿ ਮੈਂ ਜਾਣਨਾ ਚਾਹੁੰਦਾ ਕਿ ਲੋਕੀ ਕੀ ਸੋਚਦੇ ਆ ਇਸ ਟੌਪਿਕ ਦੇ ਬਾਰੇ। ਤੁਹਾਡਾ ਕੀ ਮੰਨਣਾ ਹੈ ਕਿ ਅਲੀ ਮਿਰਜ਼ਾ ਨੇ ਗਲਤੀ ਜਾਣਬੁੱਝ ਕੇ ਕੀਤੀ ਜਾਂ ਉਹਨਾਂ ਤੋਂ ਬਾਈ ਮਿਸਟੇਕ ਇਹ ਜਿਹੜੀ ਗਲਤੀ ਹੋਈ, ਜਾਂ ਇਸ ਚੀਜ਼ ਨੂੰ ਤੁਸੀਂ ਗਲਤੀ ਕੰਸੀਡਰ ਕਰਦੇ ਹੀ ਨਹੀਂ ਕਿ ਉਹਨਾਂ ਨੇ ਤਾਂ ਜਸਟ ਬੋਲ ਕੇ ਦੱਸਿਆ ਕਿ ਜਿਹੜਾ ਕਿ ਡਾਕਟਰ ਇਸਰਾਰ ਅਹਿਮਦ, ਜਿਹੜਾ ਕਿ ਬਹੁਤ ਵੱਡਾ ਨਾਮ ਹੈ, ਠੀਕ ਹੈ, ਇਸ ਫੀਲਡ ਦੇ ਵਿੱਚ ਬਹੁਤ ਵੱਡਾ ਨਾਮ ਹੈ, ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ, ਤੇ ਫਿਰ ਮਤਲਬ ਕਿ ਤੁਸੀਂ ਉਹਨਾਂ ਨੂੰ ਵੀ ਗੁਸਤਾਖ ਮੰਨਦੇ ਹੋ। ਸੋ ਡੂ ਲੈਟ ਮੀ ਇਨ ਦਾ ਕਮੈਂਟ ਸੈਕਸ਼ਨ ਬਿਲੋ। ਐਂਡ ਜੇਕਰ ਤੁਹਾਨੂੰ ਇਹ ਗੱਲਾਂ ਨਹੀਂ ਪਤਾ, ਤੁਹਾਨੂੰ ਲੱਗਦਾ ਕਿ ਕੋਈ ਤੁਹਾਡੀ ਇਹਨਾਂ ਗੱਲਾਂ ਦਾ ਜਵਾਬ ਦੇ ਸਕਦਾ ਹੈ, ਤਾਂ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਪੱਕਾ ਕਰੋ, ਠੀਕ ਹੈ। ਉਹਨਾਂ ਤੱਕ ਵੀਡੀਓ ਪਹੁੰਚਾਓ ਤੇ ਉਹਨਾਂ ਤੋਂ ਪੁੱਛੋ ਕਿ ਵੀਡੀਓ ਦੇਖੋ ਤੇ ਕਮੈਂਟ ਕਰਕੇ ਦੱਸੋ ਥੱਲੇ ਵੀ ਤੁਹਾਡੀ ਕੀ ਰਾਏ ਹੋ ਸਕਦੀ ਹੈ, ਠੀਕ ਹੈ ਜੀ। ਸੋ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ। ਟਿਲ ਦੈਨ ਮੇਕ ਸ਼ੋਰ ਯੂ ਹਿਟ ਦੈਟ ਸਬਸਕ੍ਰਾਈਬ।